ਹਰ ਹਿਰਦੈ ਨਾਮ ਨ ਚੇਤਈ, ਕਤ ਪਾਈਐ ਬਿਸਰਾਮ। ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਹੈ, ਉਹ ਕਿਵੇਂ ਵਿਸ਼ਰਾਮ ਨੂੰ ਪਾ ਸਕਦੇ ਹਨ। ਜਿਹੜੇ ਵਿਸ਼ਰਾਮ ਦੀ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਵਿਸ਼ਰਾਮ ਅਵਸਥਾ 'ਚ ਉਹੋ ਹੀ ਜਾ ਸਕਦਾ ਹੈ ਜਿਨ੍ਹਾਂ ਨੇ ਹਿਰਦੇ ਪੂਰਵਕ ਪ੍ਰੇਮ ਦੁਆਰਾ, ਸ਼ਰਧਾ ਦੁਆਰਾ ਪਰਮਾਤਮਾ ਨੂੰ ਯਾਦ ਕੀਤਾ। ਉਹੋ ਹੀ ਸ਼ਾਂਤ ਹੋਣਗੇ ਨਾ, ਕਿਉਂਕਿ ਇੱਕ ਨੂੰ ਯਾਦ ਕਰੋਗੇ ਤੁਸੀਂ ਸ਼ਾਂਤ ਹੋਵੋਗੇ। ਸੰਸਾਰ ਅਨੇਕ ਹੈ, ਅਨੇਕ ਨੂੰ ਯਾਦ ਕਰੋਗੇ ਅਸ਼ਾਂਤ ਹੋਵੋਗੇ। ਅਸ਼ਾਂਤੀ ਦਾ ਮਤਲਬ ਵੀ ਅਨੇਕਤਾ ਹੁੰਦਾ ਹੈ। ਅਨੇਕ ਵਿਚਾਰ ਹਨ ਅਤੇ ਅਸ਼ਾਂਤ ਹੈ ਬੰਦਾ। ਇੱਕ ਵੱਲ ਨੂੰ ਆਵੇਗਾ ਤੇ ਸ਼ਾਂਤ ਹੋਵੇਗਾ। ਪਰਮਾਤਮਾ ਨੂੰ ਕੋਈ ਯਾਦ ਕਰੇਗਾ ਹਿਰਦੇ ਪੂਰਵਕ ਤੇ ਸ਼ਾਂਤ ਹੋਵੇਗਾ। ਜਾਂ ਕੋਈ ਸ਼ਾਂਤ ਹੋਵੇਗਾ, ਵਿਸ਼ਰਾਮ ਅਵਸਥਾ ਦੇ ਵਿੱਚ ਆਵੇਗਾ ਤਾਂ ਪਰਮਾਤਮਾ ਦੇ ਨੇੜੇ ਆ ਜਾਵੇਗਾ। ਜਿਹੜਾ ਆਪਣੇ ਘਰ ਦੇ ਕੋਲ ਆਵੇਗਾ ਉਹ ਸ਼ਾਂਤੀ ਹੋਵੇਗਾ ਨਾ। ਜਿਵੇਂ ਤੁਸੀਂ ਸ਼ਾਮ ਨੂੰ ਕਾਰੋਬਾਰਾਂ ਤੋਂ ਥੱਕੇ ਟੁੱਟੇ ਵਾਪਸ ਆਪਣੇ ਘਰ ਨੂੰ ਆਉਂਦੇ ਹੋ ਅਤੇ ਘਰ ਦੇ ਕੋਲੇ ਕੋਲੇ ਆਣ ਕੇ ਹੀ ਤੁਸੀਂ ਰਿਲੈਕਸ ਜਿਹੇ ਹੋਣ ਲੱਗ ਜਾਂਦੇ ਹੋ। ਜਿਵੇਂ ਕਹਿੰਦੇ ਹਨ ਨਾ ਵੀ ਆਪਣੇ ਘਰ ਨਾਲ ਦੀ ਰੀਸ ਨਹੀਂ। ਬਾਹਰ ਕਿਤੇ ਵੀ ਆਦਮੀ ਰਹਿ ਲਵੇ, ਵਾਪਸ ਆਪਣੇ ਘਰ ਆਣ ਕੇ ਬੜਾ ਰਿਲੈਕਸ ਜਿਹਾ ਮਹਿਸੂਸ ਕਰਦਾ ਹੈ। ਇਵੇਂ ਹੀ ਇਹ ਮਨ ਹੈ। ਮਨ ਆਪਣੇ ਘਰ ਤੋਂ ਦੂਰ 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 ਜਾ ਰਿਹਾ ਹੈ। ਜਦੋਂ ਆਪਣੇ ਘਰ ਦੇ ਕੋਲੇ ਆਵੇਗਾ ਤਾਂ ਓਨਾ ਹੀ ਸ਼ਾਂਤ ਹੁੰਦਾ ਜਾਵੇਗਾ। ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਹੈ ਲਾਗੇ ਆਣ ਕੇ, ਆਪਣੇ ਲਾਗੇ ਆਣ ਕੇ, ਆਪਣੇ ਘਰ ਦੇ। ਤੇ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਸ਼ਾਂਤੀ ਤੋਂ ਅੱਗੇ ਹੀ ਹੈ ਫਿਰ ਵਿਸ਼ਰਾਮ। ਤੇ ਵਿਸ਼ਰਾਮ ਅਵਸਥਾ ਦੇ ਵਿੱਚ ਪਹੁੰਚਣ ਵਾਸਤੇ ਦੋ ਮਾਰਗ ਹਨ। ਇੱਕ ਤੇ ਹੈ ਪ੍ਰੇਮ ਦਾ, ਇੱਕ ਹੈ ਧਿਆਨ ਦਾ। ਤੇ ਧਿਆਨ ਦੇ ਮਾਰਗ ਤੇ ਚੱਲਣ ਵਾਸਤੇ ਬਾਹਰੋਂ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਕਿਉਂਕਿ ਮਨ ਕਿੱਧਰ ਜਾ ਰਿਹਾ ਹੈ? ਸੰਸਾਰ ਵੱਲ, ਬਾਹਰ, ਆਪਣੇ ਘਰ ਤੋਂ ਦੂਰ, ਅਨੇਕਤਾ ਵੱਲ। ਅਗਰ ਆਪਾਂ ਬਾਹਰ ਜਾਂਦੇ ਨੂੰ ਰੋਕਦੇ ਨਹੀਂ, ਬਾਹਰ ਜਾਂਦਾ ਠਾਕਰ ਰਹਾਏ, ਕਹਿੰਦੇ ਰੋਕ ਕੇ ਰੱਖੇ। ਤੇ ਰੋਕਦੇ ਨਹੀਂ ਹਾਂ ਆਪਾਂ, ਤੇ ਫਿਰ ਆਪਾਂ ਆਪਣੇ ਘਰ ਦੇ ਕੋਲੇ ਕਿਵੇਂ ਆਵਾਂਗੇ? ਆਪਾਂ ਤੇ ਬਹੁਤ ਦੂਰ ਦੂਰ ਭੱਜ ਰਹੇ ਹਾਂ। ਜਿਵੇਂ ਕੋਈ ਆਦਮੀ ਨਾ ਭੱਜਿਆ ਜਾ ਰਿਹਾ ਹੋਵੇ ਆਪਣੇ ਘਰ ਤੋਂ ਦੂਰ ਬਾਹਰ ਨੂੰ, ਤੇ ਕਿਸੇ ਪ੍ਰਭੂ ਪਿਆਰੇ ਕੋਲ ਪੁੱਛਣ ਲੱਗ ਜਾਵੇ ਵੀ ਮੈਨੂੰ ਆਪਣੇ ਘਰ ਦਾ ਰਸਤਾ ਦੱਸਿਓ। ਉਹ ਕਵੇ ਤੇ ਜਿੱਧਰ ਨੂੰ ਤੂੰ ਜਾ ਰਿਹਾ, ਤੂੰ ਦੂਰ ਜਾ ਰਿਹਾ ਆਪਣੇ ਘਰ ਤੋਂ, ਤੂੰ ਤੇ ਬਾਹਰ ਜਾ ਰਿਹਾ। ਘਰ ਤੇਰਾ ਪਿੱਛੇ ਹੈ, ਤੂੰ ਵਾਪਸ ਮੋੜ। ਉਹ ਕਵੇ ਨਾ ਜੀ ਨਾ, ਹਾਲੇ ਮੇਰੀ ਇੱਛਾ ਹੈ ਬਾਹਰ ਜਾਣ ਦੀ ਦੂਰ। ਉਹ ਬਾਹਰਲੇ ਮੁਲਕ ਬੜੇ ਚੰਗੇ ਲੱਗਦੇ, ਬੜੀਆਂ ਮੌਜਾਂ ਹਨ ਉੱਥੇ, ਬੜੀ। ਉਹਦਾ ਰਸਤਾ ਦੱਸ ਦਿਓ ਤੁਸੀਂ, ਮੈਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲ ਜਾਵੇ। ਹੁਣ ਬਾਹਰ ਜਾਂਦੇ ਬੰਦੇ ਨੂੰ ਸ਼ਾਂਤੀ ਥੋੜ੍ਹੀ ਮਿਲਦੀ। ਉਹ ਤਾਂ ਓਨਾ ਹੀ ਜ਼ਿਆਦਾ ਅਸ਼ਾਂਤ ਹੋਵੇਗਾ ਜਿੰਨਾ ਆਪਣੇ ਘਰ ਤੋਂ ਦੂਰ ਜਾਵੇਗਾ।
ਆਪਣੇ ਤੋਂ ਦੂਰ ਜਾਵੇਗਾ। ਇਵੇਂ ਹੀ ਧਾਰਮਿਕ ਲੋਕ ਦੁਬਿਧਾ ਦੇ ਵਿੱਚ ਫਸੇ ਹੋਏ ਹਨ। ਲਿਵੈ ਧਾਤ ਜੋੜ ਨਾ ਆਵਈ, ਜੇ ਲੋਚੈ ਸਭ ਕੋਏ। ਗੁਰੂ ਸਾਹਿਬ ਜੀ ਕਹਿੰਦੇ ਵੀ ਲਿਵ ਤੇ ਧਾਤ ਦੌੜ ਦੇ ਵਿੱਚ ਜੋੜ ਨਹੀਂ ਆਉਂਦਾ। ਵੀ ਰੁਕਣਾ ਤੇ ਭੱਜਣਾ ਦੋਵੇਂ ਇਕੱਠੇ ਥੋੜ੍ਹੀ ਹੋ ਸਕਦੇ ਹਨ। ਇਵੇਂ ਧਰਮ ਹੈ ਰੁਕਣਾ, ਧਰਮ ਹੈ ਲਿਵ ਲਾਉਣੀ, ਪਰ ਧਾਰਮਿਕ ਲੋਕਾਂ ਦੀ ਦੌੜ ਤੇ ਬਾਹਰ ਨੂੰ, ਸੰਸਾਰ ਵੱਲ ਨੂੰ ਹੀ। ਜਿੰਨੀ ਵਾਸ਼ਨਾ ਤੁਸੀਂ ਧਾਰਮਿਕ ਲੋਕਾਂ 'ਚ ਦੇਖੋਗੇ ਨਾ, ਆਹ ਬਾਹਰਲੇ ਮੁਲਕਾਂ 'ਚ ਭੱਜੇ ਫਿਰਦੇ ਹਨ। ਕਿਸੇ ਨੂੰ ਧਨ ਦੀ ਵਾਸ਼ਨਾ, ਕਿਸੇ ਨੂੰ ਪ੍ਰਭਤਾ ਦੀ ਵਾਸ਼ਨਾ, ਵਡਿਆਈ ਦੀ ਚਾਹਤ। ਸੰਸਾਰ ਦੇ ਵਿੱਚ ਲੋਕ ਮੈਨੂੰ ਜਾਣਨ, ਪਤਾ ਲੱਗੇ ਮੈਂ ਕੌਣ। ਤੇ ਇਹ ਵਾਸ਼ਨਾ ਤੇ ਬਾਹਰ ਦੀ ਹੈ ਨਾ। ਇਹ ਆਪ ਸ਼ਾਂਤ ਨਹੀਂ ਹੋਏ ਤੇ ਜਿਨ੍ਹਾਂ ਨੂੰ ਉਪਦੇਸ਼ ਕਰ ਰਹੇ ਹਨ ਉਹ ਕਿਵੇਂ ਹੋ ਜਾਣਗੇ। ਤੇ ਜੋੜ ਬਣਦਾ ਨਹੀਂ ਹੈ। ਜ਼ਿਆਦਾਤਰ ਤੇ ਇਹੋ ਹੀ ਖਿਆਲ ਹੁੰਦਾ ਹੈ ਆਦਮੀ ਦਾ ਵੀ ਸੰਸਾਰ ਵੀ ਮਿਲ ਜਾਵੇ, ਸੰਸਾਰ ਦੀਆਂ ਸੁੱਖ ਸੁਵਿਧਾਵਾਂ ਵੀ ਐਨ ਪੂਰੀਆਂ ਭੋਗਾਂ ਮੌਜਾਂ ਕਰਾਂ, ਤੇ ਪਰਮਾਤਮਾ ਵੀ ਮਿਲ ਜਾਵੇ। ਪਰ ਐਸਾ ਹੋ ਨਹੀਂ ਸਕਦਾ, ਕਦੇ ਹੋਇਆ ਨਹੀਂ। ਹਾਂ, ਪ੍ਰਭੂ ਦੇ ਪਿਆਰਿਆਂ ਕੋ ਕੋਈ ਸੁੱਖ ਸੁਵਿਧਾ ਦੀ ਕਮੀ ਨਹੀਂ ਹੁੰਦੀ, ਇਹ ਵੀ ਖਿਆਲ ਵਿੱਚ ਰੱਖਣਾ ਹੈ। ਉਹਨਾਂ ਦੇ ਪਿੱਛੇ ਸੁੱਖ ਸੁਵਿਧਾਵਾਂ ਬਹੁਤ ਆਉਂਦੀਆਂ ਹਨ, ਪਰ ਉਹਨਾਂ ਦੀ ਵਾਸ਼ਨਾ ਨਹੀਂ ਹੁੰਦੀ ਸੁੱਖ ਸੁਵਿਧਾਵਾਂ ਦੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਪਿੱਛੇ ਪਿੱਛੇ ਆਉਂਦੀ, ਪਰ ਉਹਨਾਂ ਦੀ ਚਾਹਤ ਨਹੀਂ ਹੁੰਦੀ ਸੁੱਖ ਭੋਗਣ ਦੀ, ਕਿਉਂਕਿ ਉਹ ਜਾਣਦੇ ਹਨ ਵੀ ਸਰੀਰ ਦੁਆਰਾ ਜਿੰਨੇ ਵੀ ਸੁੱਖ ਭੋਗੋਗੇ ਓਨੀ ਹੀ ਸਰੀਰ ਦੀ ਚਾਹਤ ਵੱਧਦੀ ਹੈ ਭੋਗਣ ਦੀ, ਤੇ ਜਿੰਨੀ ਚਾਹਤ ਵਧੇਗੀ ਸਰੀਰ ਦੀ ਭੋਗਣ ਦੀ, ਓਨਾ ਹੀ ਮਨ ਭੋਗਾਂ ਵਾਸਤੇ ਹੋਰ ਧਨ ਜੁਟਾਵੇਗਾ। ਭੋਗਾਂ ਵਾਸਤੇ ਜੋ ਵੀ ਕੁਛ ਭੋਗ ਚਾਹੀਦੇ ਹਨ ਉਹਨਾਂ ਵਾਸਤੇ ਦੌੜੇਗਾ, ਭੱਜੇਗਾ। ਭੋਗਾਂ ਦੀ ਪੂਰਤੀ ਤੇ ਬਾਹਰੋਂ ਹੀ ਹੋਵੇਗੀ ਨਾ, ਸਰੀਰਕ ਭੋਗ ਦੀ ਪੂਰਤੀ ਬਾਹਰੋਂ ਹੀ ਹੋਵੇਗੀ ਨਾ ਸੰਸਾਰ 'ਚ। ਤੋ ਜਾਣਦਾ ਹੈ ਸਰੀਰ ਮਿਥਿਆ ਹੈ, ਤੇ ਜਿੰਨੀ ਭੋਗ ਭੋਗੀ ਜਾਓ ਓਨੀ ਇਹਦੀ ਵਾਸ਼ਨਾ ਵੱਧਦੀ ਰਹਿੰਦੀ ਹੈ। ਇਸੇ ਕਰਕੇ ਕੋਈ ਵੀ ਆਦਮੀ ਤ੍ਰਿਪਤ ਥੋੜ੍ਹੀ ਹੈ। ਆਹ ਦੇਖੋ ਕਿੰਨੇ ਕਿੱਡੇ ਵੱਡੇ ਮਾਇਆਪਤੀ ਹਨ, ਕਿੰਨਾ ਧਨ ਹੈ ਉਹਨਾਂ ਕੋਲ, ਉਹ ਵੀ ਤ੍ਰਿਪਤ ਥੋੜ੍ਹੀ ਹਨ। ਲੱਖ ਜੋਰੇ ਕਰੋੜ ਤੋਰੇ, ਪਰੇ ਪਰੇ ਕੋ ਲੂਝੀਏ। ਹੋਰ 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 ਵੇਖ ਲਓ ਕਿਆ ਕਰਨਾ ਹੈ। ਕਈਆਂ ਕੋਲ ਇੰਨਾ ਧਨ ਹੈ ਨਾ, ਉਹਨਾਂ ਦੀਆਂ ਕਈ ਕਈ ਪੁਸਤਾਂ ਖਾ ਸਕਦੀਆਂ ਹਨ ਬੈਠ ਕੇ ਹੀ, ਕੁਛ ਵੀ ਨਾ ਕਰਨ, ਪਰ ਉਹ ਵੀ ਨਹੀਂ ਬੈਠ ਰਹੇ ਹਨ। ਤ੍ਰਿਪਤੀ ਨਹੀਂ ਹੈ ਨਾ, ਹੋ ਨਹੀਂ ਸਕਦੀ, ਕਦੇ ਹੋਇਆ ਨਹੀਂ ਐਸਾ। ਵਾਸ਼ਨਾ ਅੱਗੇ ਤੋਂ ਅੱਗੇ ਵੱਧਦੀ ਰਹਿੰਦੀ। ਇਹ ਐਸਾ ਮਨ ਦਾ ਸੁਭਾਵ ਹੈ ਵੀ ਜੋ ਵੀ ਮਿਲ ਜਾਵੇ ਨਾ ਉਹ ਖਿਆਲ ਵਿੱਚ ਨਹੀਂ ਹੁੰਦਾ, ਜੋ ਨਹੀਂ ਮਿਲਿਆ ਹੈ ਉਹ ਦਰ ਮਨ ਭੱਜਦਾ ਹੈ। ਆਹ ਘਰ ਮਿਲਣ ਨੂੰ ਮਿਲ ਗਿਆ ਹੈ, ਇਹਦੇ ਵੱਲ ਖਿਆਲ ਨਹੀਂ ਹੈ। ਉਹ ਵੱਡਾ ਘਰ, ਆਹ ਮੇਰੇ ਕੋਲ ਕੋਈ ਕਾਰ ਹੈ ਜਾਂ ਕੋਈ ਹੋਰ ਸਵਾਰੀ ਹੈ, ਇਹਦੇ ਵੱਲ ਧਿਆਨ ਨਹੀਂ ਹੈ। ਜੋ ਨਹੀਂ ਹੈ ਮੇਰੇ ਕੋਲ ਉਹ ਹੋਣਾ ਚਾਹੀਦਾ। ਤੇ ਹਰ ਇੱਕ ਆਦਮੀ ਕੋ ਕੁਛ ਨਾ ਕੁਛ ਨਹੀਂ ਹੋਵੇਗਾ, ਭਾਵੇਂ ਕਿੰਨਾ ਵੀ ਅਮੀਰ ਹੋਵੇ, ਕਮੀ ਤੇ ਰਹਿ ਹੀ ਜਾਊ ਕੋਈ ਨਾ ਕੋਈ। ਸਰੀਰਕ ਤਲ ਤੇ ਰਹਿ ਜਾਊਗੀ, ਪਰਿਵਾਰਕ ਤਲ ਤੇ ਕਮੀ ਰਹਿ ਜਾਊਗੀ। ਕਿਸੇ ਦਾ ਸਰੀਰ ਠੀਕ ਨਹੀਂ ਹੁੰਦਾ, ਬੜੇ ਵੱਡੇ ਵੱਡੇ ਧਨੀ ਹੋ ਜਾਂਦੇ, ਉਹ ਕਿਸੇ ਦਾ ਸਰੀਰ ਤੰਦਰੁਸਤ ਦੇਖ ਕੇ ਬੜੀ ਈਰਖਾ ਕਰਦੇ ਹਨ। ਕਾਸ਼ ਮੇਰਾ ਵੀ ਸਰੀਰ ਇਹੋ ਜਿਹਾ ਹੁੰਦਾ, ਮੌਜਾਂ ਨਾਲ ਪੇਟ ਭਰ ਕੇ ਖਾਂਦਾ। ਡਾਕਟਰਾਂ ਨੇ ਸਭ ਕੁਛ ਮਨਾ ਕਰ ਦਿੱਤਾ, ਖਾਣ ਨੂੰ ਪਦਾਰਥ ਬਹੁਤ ਹਨ, ਫਰਿੱਜਾਂ ਭਰੀਆਂ ਪਈਆਂ,
ਖਾ ਨਹੀਂ ਸਕਦੇ, ਕਿੰਨੇ ਦੁਖੀ ਹਨ। ਤੇ ਹਰ ਇੱਕ ਕੋ ਕੋਈ ਨਾ ਕੋਈ ਕਮੀ ਹੈ, ਤੋ ਕਮੀ ਦਾ ਕਰਕੇ ਹੀ ਦੌੜਦਾ ਰਹਿੰਦਾ ਹੈ ਸੰਸਾਰ ਦੇ ਵਿੱਚ। ਤੇ ਕਦੇ ਐਸਾ ਨਹੀਂ ਹੁੰਦਾ ਵੀ ਕੋਈ ਵੀ ਕਮੀ ਨਾ ਹੋਵੇ, ਅਤ੍ਰਿਪਤੀ ਬਣੀ ਰਹਿੰਦੀ। ਸਭ ਕੁਝ ਤੇ ਕਿਸੇ ਕੋ ਵੀ ਨਹੀਂ ਹੋ ਸਕਦਾ ਨਾ। ਕਹਿੰਦੇ ਦੋ ਹਾਲਤਾਂ ਦੇ ਵਿੱਚ ਚਿੰਤਾ ਮੁੱਕ ਜਾਂਦੀ ਹੈ, ਜਾਂ ਤਾਂ ਸਭ ਕੁਛ ਹੀ ਹੋਵੇ, ਉਹ ਤੇ ਪਰਮਾਤਮਾ ਕੋਲ ਹੈ, ਇਸ ਕਰਕੇ ਉਹ ਨਿਸ਼ਚਿੰਤ ਹੈ, ਜਾਂ ਫਿਰ ਕੁਛ ਵੀ ਨਾ ਹੋਵੇ ਤਾਂ ਵੀ ਆਦਮੀ ਨਿਸ਼ਚਿੰਤ ਹੋ ਜਾਂਦਾ। ਇਸ ਕਰਕੇ ਕਈ ਫਕੀਰਾਂ ਨੇ ਸਭ ਕੁਛ ਛੱਡ ਦਿੱਤਾ, ਆਪਣਾ ਘਰ-ਬਾਰ, ਪਰਿਵਾਰ, ਮਹਿਲ ਮਾੜੀਆਂ, ਸਭ ਕੁਛ ਵੀ ਨਹੀਂ ਹੈ। ਕੱਪੜੇ ਵੀ ਤਿਆਗ ਦਿੱਤੇ ਕਈਆਂ ਨੇ, ਤੇ ਚਿੰਤਾ ਹੀ ਖਤਮ ਹੋ ਜਾਵੇ, ਕੁਛ ਵੀ ਨਹੀਂ। ਨਹੀਂ, ਕਈਆਂ ਕੋ ਕੁਛ ਵੀ ਨਹੀਂ ਹੁੰਦਾ ਹੈ, ਪਰ ਫਿਰ ਵੀ ਵਾਸ਼ਨਾ ਹੋ ਸਕਦੀ। ਬਹੁਤ ਸਾਰੇ ਐਸੇ ਵੀ ਹਨ, ਜਾਨੀ ਜ਼ਿਆਦਾਤਰ ਨਗਨ ਸੰਨਿਆਸੀ ਹੁੰਦੇ ਹਨ। ਵਾਸ਼ਨਾ ਥੋੜ੍ਹੀ ਮਰਦੀ ਹੈ ਸੰਸਾਰ, ਉਹ ਵੀ ਪ੍ਰਭੁਤਾ ਵਾਸਤੇ, ਮਾਣ ਵਡਿਆਈ ਵਾਸਤੇ ਤੁਰੇ ਫਿਰਦੇ ਹਨ। ਉਹਨਾਂ ਦੀ ਓਨੀ ਹੀ ਸੇਵਾ ਹੁੰਦੀ ਹੈ ਜਿੰਨੇ ਉਹ ਕਸ਼ਟ ਦੇ ਵਿੱਚ ਰਹਿਣ, ਦਿਗੰਬਰ ਰਹਿੰਦੇ ਹਨ। ਤੇ ਬਾਹਰ ਤ੍ਰਿਪਤੀ ਨਹੀਂ ਹੈ। ਤੇ ਜੇ ਬਾਹਰ ਦੀ ਕੋਈ ਵਾਸ਼ਨਾ ਹੈ, ਚਾਹਤ ਹੈ, ਆਕਾਂକ୍ଷା ਹੈ, ਫਿਰ ਤੁਸੀਂ ਅੰਦਰ ਨੂੰ ਨਹੀਂ ਆ ਸਕਦੇ ਆਪਣੇ ਘਰ। ਲਿਵੇ ਧਾਤ ਜੋੜ ਨਾ ਆਵੇ, ਜੇ ਲੋਚੈ ਸਭ ਕੋਈ। ਕਹਿੰਦੇ ਸਾਰੇ ਹੀ ਲੋਚਦੇ ਹਨ ਐਸਾ, ਪਰ ਐਸਾ ਹੋ ਨਹੀਂ ਸਕਦਾ। ਦੌੜਨਾ ਤੇ ਰੁਕਣਾ। ਫਿਰ ਦੂਸਰੀ ਗੱਲ ਇਹ ਹੈ ਵੀ ਮਨ ਕਰਕੇ ਨਹੀਂ ਦੌੜਨਾ। ਸਰੀਰ ਕਰਕੇ ਤੇ ਸਾਰੇ ਕੰਮ ਕਰਨੇ ਹੀ ਹਨ ਜੋ ਸਰੀਰ ਵਾਸਤੇ ਜ਼ਰੂਰੀ ਹੈ। ਸਰੀਰ ਤੇ ਸਹਿਜ ਹੈ, ਇਹਨੂੰ ਜੋ ਖਾਣ ਨੂੰ ਚਾਹੀਦਾ ਖਾਣ ਨੂੰ ਵੀ ਦੇਣਾ, ਪਹਿਨਣ ਨੂੰ ਚਾਹੀਦਾ ਪਹਿਨਣ ਨੂੰ ਵੀ ਦੇਣਾ। ਜੋ ਇਹਦੀ ਲੋੜ ਹੈ, ਜਿੰਨੀ ਕੁ ਲੋੜ ਹੈ ਸੀਮਤ, ਜਿੰਨੇ ਨਾਲ ਇਹ ਜੀਂਦਾ ਰਵੇ ਉਹਨਾਂ ਕੁ ਤੇ ਕਰਨਾ ਹੀ ਹੈ ਨਾ। ਉਹਨਾਂ ਕੁ ਤੇ ਸਾਰੇ ਹੀ ਕਰਦੇ ਰਹੇ ਹਨ। ਕਬੀਰ ਜੀ ਹਨ, ਆਪਣਾ ਕੰਮ ਕਰਦੇ ਰਹੇ ਹਨ। ਰਵਿਦਾਸ ਜੀ ਸਾਰੇ ਸਰੀਰ ਕਰਕੇ ਤੇ ਕੰਮ ਕਰਦੇ ਰਹੇ, ਪਰ ਮਨ ਦੀਆਂ ਵਾਸ਼ਨਾਵਾਂ ਥੋੜ੍ਹੀ ਸਨ ਉਹਨਾਂ ਦੀ ਵੀ ਮਹਿਲ ਮਾੜੀਆਂ ਬਣਾ ਲਈਏ। ਜਾਂ ਇਸ ਇਲਾਕੇ ਦੇ ਸੂਬੇਦਾਰ ਬਣ ਜਾਈਏ, ਕੋਈ ਮਿਨਿਸਟਰ ਬਣ ਜਾਈਏ, ਮੰਤਰੀ ਬਣ ਜਾਈਏ, ਐਸੀਆਂ ਵਾਸ਼ਨਾਵਾਂ ਥੋੜ੍ਹੀ ਸੀ ਉਹਨਾਂ ਕੋਲ। ਜੋ ਮਿਲਦਾ ਧੰਨਵਾਦ, ਸ਼ੁਕਰ। ਸਰੀਰ ਵਾਸਤੇ ਜਿੰਨਾ ਜ਼ਰੂਰੀ ਹੈ ਉਹਨਾਂ ਕੁ ਪਰਮਾਤਮਾ ਦਿੰਦਾ ਹੈ, ਉਹਨੇ ਵਾਸਤੇ ਹੀ ਧੰਨਵਾਦ। ਮੰਗਿਆ ਵੀ ਉਹਨਾਂ ਕੀ ਹੈ, ਦੇਖੋ, 2 ਸਾਰ ਮੰਗੋ ਚੂਨਾ ਮੁਕੋ, ਖਾਟ ਮੰਗੋ ਚੌਪਾਈ, ਸਰਾਹਾਨਾ ਅਵਰਤ ਲਾਈ, ਅੱਧ ਸਿਰ ਮੰਗੋ ਦਾਲੇ, ਮੁਕੋ ਦੋਨੋਂ ਵਕਤ ਜਵਾਲੇ। ਬਸ ਉਹਨਾਂ ਕੀ ਇਹ ਮੰਗਾਂ ਕੋਈ ਖਾਸ ਥੋੜ੍ਹੀ ਹਨ ਵੀ ਜਿੰਨਾ ਕੁ ਚਾਹੀਦਾ ਬਸ ਇੰਨਾ ਕੀ ਬਹੁਤ ਸਹਿਜ ਹੈ। ਇੰਨੇ ਨਾਲ ਮਨ ਸ਼ਾਂਤ ਹੋ ਜਾਂਦਾ। ਇਸੇ ਕਰਕੇ ਕਹਿੰਦੇ ਹਨ ਪ੍ਰਭੂ ਦਾ ਪਿਆਰਾ ਜਿਹੜਾ ਹੈ ਨਾ, ਉਹ ਜੋ ਮਿਲਿਆ ਹੈ ਉਹਦਾ ਸ਼ੁਕਰਾਨਾ ਕਰਦਾ ਹੈ, ਸੰਤੋਖੀ ਹੁੰਦਾ ਹੈ। ਸੰਤੋਖੀ ਸਦਾ ਸੁਖੀ, ਸੰਤੁਸ਼ਟ ਹੁੰਦਾ ਹੈ। ਜੋ ਰੱਬ ਨੇ ਦਿੱਤਾ ਬਹੁਤ ਜ਼ਿਆਦਾ ਦਿੱਤਾ, ਮੇਰੀ ਲੋੜ ਤੋਂ ਵੱਧ। ਦਰਅਸਲ ਪ੍ਰੇਮੀ ਸਦਾ ਇੱਦਾਂ ਹੀ ਕਹਿੰਦੇ ਹਨ। ਜਿਹਨਾਂ ਨੂੰ ਪ੍ਰੇਮ ਹੁੰਦਾ ਹੈ ਉਹ ਕਹਿੰਦੇ ਹੈ ਮੇਰੀ ਲੋੜ ਤੋਂ ਤੂੰ ਜ਼ਿਆਦਾ ਦਿੱਤਾ ਹੋਇਆ, ਮੇਰੀ ਕੀ ਔਕਾਤ ਸੀ, ਅਗਰ ਤੂੰ ਇੰਨਾ ਵੀ ਨਾ ਦਿੰਦਾ ਤੇ ਮੈਂ ਕੀ ਕਰ ਲੈਂਦਾ। ਆਹ ਦੇਖੋ, ਕਈਆਂ ਦੇ ਸਰੀਰ ਠੀਕ ਨਹੀਂ ਹਨ, ਕਈਆਂ ਨੂੰ ਲੱਤਾਂ ਨਹੀਂ ਮਿਲੀਆਂ, ਕਈਆਂ ਨੂੰ ਅੱਖਾਂ ਨਹੀਂ ਮਿਲੀਆਂ, ਕਈਆਂ ਨੂੰ ਬਾਹਾਂ ਨਹੀਂ ਮਿਲੀਆਂ, ਉਹ ਵੀ ਜੀ ਰਹੇ ਹਨ। ਕਈਆਂ ਨੂੰ ਖਾਣ ਨੂੰ ਨਹੀਂ ਹੈ, ਦੇਖੋ, ਪਰ ਮੈਨੂੰ ਤੇ ਬਹੁਤ ਕੁਛ ਦਿੱਤਾ। ਸਿਆਣੇ ਮਨੁੱਖ ਕਹਿੰਦੇ ਹਨ ਨਾ ਵੀ ਆਪਣੇ ਤੋਂ ਗਰੀਬ ਨੂੰ ਵੇਖ ਕੇ ਜੀਓ ਤੇ ਸੁਖੀ ਰਹੋਗੇ।
ਬਹੁਤ ਕੁਛ। ਧੰਨਵਾਦ ਕਰੋ। ਅਰਦਾਸ ਦਾ ਅਰਥ ਵੀ ਧੰਨਵਾਦ ਹੁੰਦਾ ਹੈ। ਅਰਦਾਸ ਦਾ ਅਰਥ ਮੰਗਣਾ ਨਹੀਂ ਹੁੰਦਾ ਹੈ। ਅਰਜ਼ੋਈ ਹੈ ਦਾਸ ਦੀ, ਇੱਕ ਅਰਜ਼ੋਈ ਵੀ ਤੇਰਾ ਧੰਨਵਾਦ ਹੈ, ਤੂੰ ਜੀਵਨ ਦੇ ਰਿਹਾ ਹਾਂ, ਸਵਾਸ ਚੱਲ ਰਹੇ ਹਨ, ਖਾਣ ਨੂੰ ਦੇ ਰਿਹਾ ਹੈ, ਪਹਿਨਣ ਨੂੰ ਦੇ ਰਿਹਾ, ਸ਼ੁਕਰੀਆ ਹੈ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ। ਤਾਂ ਮਨ ਸ਼ਾਂਤ ਹੁੰਦਾ ਹੈ। ਬਾਹਰ ਦੀ ਦੌੜ ਜਿੰਨੀ ਘਟਦੀ ਗਈ ਓਨਾ ਹੀ ਸ਼ਾਂਤ ਹੁੰਦਾ ਜਾਵੇਗਾ। ਤੇ ਸ਼ਾਂਤ ਤੋਂ ਅੱਗੇ ਫਿਰ ਜਿਹੜਾ ਹੈ ਨਾ, ਉਹ ਫਿਰ ਵਿਸ਼ਰਾਮ ਅਵਸਥਾ ਦੇ ਵਿੱਚ ਆਪਣੇ ਘਰ ਪਹੁੰਚ ਗਿਆ ਤੇ ਵਿਸ਼ਰਾਮ। ਜਿਵੇਂ ਆਪਾਂ ਘਰ ਪਹੁੰਚ ਕੇ ਐਨ ਲਾ ਕੇ ਕੱਪੜੇ ਫਿਰ ਪੈ ਜਾਂਦੇ ਹਾਂ, ਵਿਸ਼ਰਾਮ ਸਰੀਰ ਦਾ ਹੁੰਦਾ ਹੈ। ਇੱਦਾਂ ਹੀ ਮਨ ਦਾ ਵਿਸ਼ਰਾਮ। ਮਨ ਤੇ ਸਦਾ ਹੀ ਚੱਲ ਰਿਹਾ ਹੈ ਨਾ, ਫਿਰ ਇੱਕਦਮ ਵਿਸ਼ਰਾਮ ਨਹੀਂ ਕਰੇਗਾ। ਜਿਵੇਂ ਮੈਂ ਕੱਲ੍ਹ ਕਿਹਾ ਸੀ ਵੀ 1-2 ਘੜੀਆਂ ਬਿਲਕੁਲ ਸਰੀਰ ਕਰਕੇ ਵਿਹਲੇ, ਤੇ ਮਨ ਕਰਕੇ ਵੀ ਵਿਹਲੇ ਹੋ ਜਾਣਾ ਹੈ। ਪਰ ਜਿਹੜੇ ਕਦੀ ਬੈਠੇ ਨਹੀਂ ਹਨ ਵਿਹਲੇ, ਸਰੀਰ ਕਰਕੇ ਨਹੀਂ ਕਈ ਬੈਠੇ ਹਨ, ਤਾਂ ਉਹਨਾਂ ਨੂੰ ਬੈਠਣਾ ਔਖਾ ਹੈ। ਉਹ ਇੱਕਦਮ ਵਿਹਲੇ ਨਹੀਂ ਹੋਣਗੇ ਮਨ ਕਰਕੇ। ਤਾਂ ਉਹਨਾਂ ਵਾਸਤੇ ਹੈ ਵੀ ਹੌਲੀ ਹੌਲੀ ਪਹਿਲਾਂ ਬਾਹਰੀ ਵਿਚਾਰਾਂ ਨੂੰ ਘਟਾਉਣ ਵਾਸਤੇ ਸਿਮਰਨ ਕਰਨਾ ਹੈ, ਚਿੰਤਨ ਕਰਨਾ, ਧਿਆਨ ਕਰਨਾ। ਸ਼ਬਦ ਸੁਰਤ ਦਾ ਮਾਰਗ ਹੁਣ ਆਪ ਜੀ ਨੂੰ ਸਮਝ ਵਿੱਚ ਆਵੇਗਾ ਵੀ ਸ਼ਬਦ ਦੇ ਵਿੱਚ ਸੁਰਤ ਲਾਉਣੀ ਹੈ, ਤਾਂ ਕਿ ਬਾਹਰ ਜੋ ਮਨ ਭੱਜਦਾ ਹੈ ਨਾ, ਧਾਵਤ ਜਾਂਦਾ ਠਾਕ ਰਹਾ ਹੈ, ਉਹਨੂੰ ਰੋਕ ਕੇ ਰੱਖਣਾ ਹੈ। ਸ਼ਬਦ ਦੇ ਵਿੱਚ ਸੁਰਤ ਧਿਆਨ ਲਾਉਣਾ ਹੈ। ਕੋਈ ਵੀ ਸ਼ਬਦ ਹੈ ਉਹਨੂੰ ਸੁਣੀ ਜਾਣਾ, ਸੁਣੀ ਜਾਣਾ, ਸੁਣੀ ਜਾਣਾ, ਤਾਂ ਕਿ ਬਾਹਰ ਧਿਆਨ ਜਿਹੜਾ ਹੈ, ਵਿਚਾਰ ਬਾਹਰ ਦੇ ਜਾਂਦੇ ਹਨ। ਮਨ ਭੱਜਾ ਫਿਰਦਾ ਹੈ। ਮਨ ਪੰਖੀ ਪਇਓ ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਬਾਹਰ ਭੱਜਦਾ ਹੈ ਤੇ ਬੁਰੀਆਂ ਸੰਗਤਾਂ ਦੇ ਵਿੱਚ ਜਾਂਦਾ ਹੈ। ਸਰੀਰ ਕਰਕੇ ਤੇ ਕੋਈ ਜਾਂਦਾ ਹੀ ਹੈ, ਪਰ ਅਗਰ ਤੁਸੀਂ ਮਨ ਕਰਕੇ ਵੀ ਬੁਰੀਆਂ ਸੰਗਤਾਂ ਦੇ ਵਿੱਚ ਜਾਂਦੇ ਹੋ ਨਾ, ਤੇ ਤਾਂ ਵੀ ਤੁਹਾਨੂੰ ਫਲ ਮਿਲ ਜਾਂਦਾ ਹੈ। ਇਹ ਵੀ ਖਿਆਲ ਵਿੱਚ ਰੱਖਣ ਯੋਗ ਹੈ ਵੀ ਅਗਰ ਤੁਸੀਂ ਘਰ ਦੇ ਵਿੱਚ ਬੈਠੇ ਹੋਏ ਵਾਸ਼ਨਾ ਕਰਕੇ ਇਸਤਰੀ ਬਾਰੇ ਸੋਚ ਰਹੇ ਹੋ, ਜਾਂ ਕੋਈ ਪੁਰਸ਼ ਬਾਰੇ ਸੋਚ ਰਹੀ ਹੈ ਇਸਤਰੀ, ਜਾਂ ਕੋਈ ਹੋਰ ਕਿਧਰੇ ਬੁਰੇ ਕਰਮਾਂ ਬਾਰੇ ਸੋਚ ਰਿਹਾ ਹੈ, ਕਿਸੇ ਨੂੰ ਮਾਰਨ ਬਾਰੇ ਜਾਂ ਖੋਹਣ ਬਾਰੇ ਜਾਂ ਲੁੱਟਣ ਬਾਰੇ, ਤਾਂ ਉਹਦੀ ਸੰਗਤ ਬੁਰੀ ਹੋ ਰਹੀ ਹੈ। ਗਿਆ ਤੇ ਨਹੀਂ ਹੈ ਬੁਰਿਆਈ ਦੇ ਵਿੱਚ, ਪਰ ਸੋਚ ਰਿਹਾ ਹੈ। ਧਾਰਮਿਕ ਲੋਕ ਕਹਿੰਦੇ ਹਨ ਵੀ ਬੁਰਾ ਕਰੋ ਨਾ, ਵੀ ਕਰਨ ਤੋਂ ਤੁਸੀਂ ਰੁਕੇ ਰਹੋ ਤੇ ਤੁਸੀਂ ਧਾਰਮਿਕ ਰਹੋਗੇ। ਨਹੀਂ, ਜਿਹੜੇ ਜਾਣਦੇ ਹਨ ਨਾ, ਉਹਨਾਂ ਨੇ ਕਿਹਾ ਹੈ ਵੀ ਤੁਸੀਂ ਸੋਚੋਗੇ ਨਹੀਂ ਬੁਰਾ ਤੇ ਤੁਸੀਂ ਧਾਰਮਿਕ ਹੋਵੋਗੇ। ਸੋਚਣ ਨਾਲ ਸੰਗਤ ਹੁੰਦੀ ਹੈ ਬੁਰੀ। ਸਰੀਰ ਤੇ ਬਾਅਦ 'ਚ ਜਾਂਦਾ ਹੈ ਨਾ, ਪਹਿਲਾਂ ਤੇ ਮਨ ਜਾਂਦਾ ਹੈ। ਹੁਣ ਜਦੋਂ ਮਨ ਨੂੰ ਰੋਕੋਗੇ ਫਿਰ ਉਹਦੇ ਪਿੱਛੇ ਸਰੀਰ ਵੀ ਜਾਵੇਗਾ। ਜੇ ਮਨ ਨੂੰ ਰੋਕ ਲਓਗੇ ਫਿਰ ਸਰੀਰ ਵੀ ਨਹੀਂ ਜਾਏਗਾ। ਉਹ ਮਨ ਦੁਆਰਾ ਉਹ ਸੋਚੋ ਹੀ ਨਾ ਉਸ ਪੱਖ ਬਾਰੇ, ਫਿਰ ਤੁਹਾਨੂੰ ਖਿਆਲ ਵਿੱਚੋਂ ਭੁੱਲ ਜਾਵੇਗਾ। ਅਗਰ ਤੁਸੀਂ ਸੋਚੀ ਜਾਓਗੇ, ਸੋਚੀ ਜਾਓਗੇ, ਸਰੀਰ ਨੂੰ ਰੋਕ ਕੇ ਰੱਖੋਗੇ, ਤੇ ਇੱਕ ਦਿਨ ਬਦੋ ਬਦੇ ਹੀ ਮਨ ਸਰੀਰ ਨੂੰ ਨਾਲ ਲੈ ਕੇ ਤੁਰ ਪੈਂਦਾ ਹੈ। ਤੇ ਬਹੁਤ ਸਾਰੇ ਲੋਕਾਂ ਨੇ ਇੱਦਾਂ ਹੀ ਹੱਤਿਆਵਾਂ ਕਰ ਦਿੱਤੀਆਂ ਲੋਕਾਂ ਦੀਆਂ। ਸੋਚੀ ਗਏ ਕਰਨ ਵਾਸਤੇ ਇੱਦਾਂ ਹੀ ਬਲਾਤਕਾਰ ਵੀ ਹੋ ਜਾਂਦੇ ਆ। ਵੀ ਜਿਹੜੇ ਪੱਖ ਨੂੰ ਤੁਸੀਂ ਸੋਚਦੇ ਰਹਿੰਦੇ ਉਹ ਪੱਖ ਹੈਵੀ ਹੋ ਜਾਂਦਾ ਹੈ, ਤਾਂ ਮਨ ਫਿਰ ਸਰੀਰ ਨੂੰ ਨਾਲ ਲੈ ਕੇ ਉਹ ਕੰਮ ਕਰ ਦਿੰਦਾ ਹੈ। ਤੇ ਸੋਚਣ ਦੇ ਨਾਲ ਇਸੇ ਕਰਕੇ ਕਿਹਾ ਹੈ ਨਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਾਹੀਂ ਪਾਈ। ਕਿਸੇ ਦਾ ਬੁਰਾ ਚਿੱਤ ਦੇ ਵਿੱਚ ਨਾ ਰੱਖੋ। ਬੁਰਾ ਤੁਸੀਂ ਸੋਚਿਆ ਤੇ ਤੁਸੀਂ ਬੁਰੇ ਹੋਗੇ। ਤੇ ਦੇਖੋ ਕਿੰਨੀ ਕਮਾਲ ਦੀ ਗੱਲ ਕਹੀ ਹੈ,
ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਾ ਹੀ ਪਾਈ ਮੀਤ। ਤੁਹਾਨੂੰ ਦੁਖੀ ਨਾ ਹੋਵੋ। ਕਿਸੇ ਦਾ ਬੁਰਾ ਕਰਕੇ ਦੁੱਖ ਤੇ ਆਦਮੀ ਪਾਉਂਦਾ ਹੈ, ਸੋਚ ਕੇ ਵੀ ਪਾਉਂਦਾ ਹੈ। ਕਿਉਂਕਿ ਸੋਚਣ ਦੇ ਨਾਲ ਬੁਰਿਆਈ ਆ ਜਾਂਦੀ ਹੈ ਤੇ ਆਦਮੀ ਦੁਖੀ ਹੋਣਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਚੁਗਲੀ ਨਿੰਦਿਆ ਨੂੰ ਬਹੁਤ ਮਾੜਾ ਕਿਹਾ ਹੈ। ਚੁਗਲੀ ਨਿੰਦਿਆ ਵਾਲਾ ਸ਼ਾਂਤ ਨਹੀਂ ਹੋ ਸਕਦਾ, ਬਹੁਤ ਦੁਖੀ ਹੁੰਦਾ। ਤੇ ਦੂਸਰੇ ਨੂੰ ਦੁੱਖ ਦੇਣ ਬਾਰੇ ਤੁਸੀਂ ਸੋਚਿਆ ਹੀ, ਜਿਵੇਂ ਕੱਲ੍ਹ ਕਿਹਾ ਹੈ ਨਾ, ਕਿਸੇ ਨੂੰ ਫਾਇਦਾ ਲੈਣ ਬਾਰੇ ਤੁਸੀਂ ਸੋਚਿਆ ਹੀ ਤੇ ਤੁਸੀਂ ਦੁਖੀ ਹੋਣਾ ਸ਼ੁਰੂ ਹੋ ਜਾਓਗੇ। ਕਿਸੇ ਕੋ ਫਾਇਦਾ ਲੈਣਾ, ਇਹਦਾ ਮਤਲਬ ਕੀ ਹੋਇਆ? ਕਿਸੇ ਦਾ ਸ਼ੋਸ਼ਣ ਕਰਨਾ, ਕਿਸੇ ਨੂੰ ਦੁਖੀ ਕਰਨਾ। ਦੁਖੀ ਕਰਨ ਬਾਰੇ ਸੋਚਿਆ ਤੇ ਤੁਸੀਂ ਸ਼ਾਂਤ ਥੋੜ੍ਹੀ ਹੋ ਸਕਦੇ, ਅਸ਼ਾਂਤ ਹੋ ਜਾਓ। ਕਿਸੇ ਨੂੰ ਸੁੱਖ ਦੇਣ ਬਾਰੇ, ਕਿਸੇ ਦਾ ਭਲਾ ਕਰਨ ਬਾਰੇ ਅਗਰ ਤੁਸੀਂ ਸੋਚਦੇ ਹੋ, ਇਹਨੂੰ ਹੀ ਸੇਵਾ ਕਹਿੰਦੇ ਆ। ਭਲਾ ਕਰਨ ਬਾਰੇ ਤੁਸੀਂ ਉੱਦਮ ਕਰਦੇ ਹੋ ਤੇ ਫਿਰ ਮਨ ਸ਼ਾਂਤ ਹੁੰਦਾ ਹੈ। ਤੇ ਸੇਵਾ ਕਰਨ ਵਾਲੇ ਵੀ, ਧਾਰਮਿਕ ਲੋਕ ਵੀ ਬੁਰਾ ਸੋਚਣੋਂ ਥੋੜ੍ਹੀ ਹਟਦੇ ਹਨ। ਭਾਵੇਂ ਧਾਰਮਿਕ ਸਥਾਨਾਂ 'ਤੇ ਵੀ ਰਹੀ ਜਾਂਦੇ ਹਨ, ਪਰ ਫਿਰ ਵੀ ਉਹਨਾਂ ਦੇ ਅੰਦਰ ਬਹੁਤ ਵਿਚਾਰ ਚੱਲੀ ਜਾਂਦੇ ਹਨ ਬੁਰਿਆਈ। ਇੱਕ ਦੂਸਰੇ ਨਾਲ ਈਰਖਾ ਕਰੀ ਜਾਂਦੇ, ਨਿੰਦਾ ਕਰੀ ਜਾਂਦੇ, ਚੁਗਲੀਆਂ, ਦੇਖੋ ਕਿੰਨਾ ਕੁਛ ਚੱਲੀ ਜਾਂਦਾ ਧਾਰਮਿਕ ਜਗਤ ਦੇ ਵਿੱਚ। ਕੋਈ ਸ਼ਾਂਤ ਥੋੜ੍ਹੀ ਹੈ। ਨਹੀਂ, ਜਿਹੜਾ ਸ਼ਾਂਤ ਹੈ ਨਾ, ਉਹ ਕਹਿੰਦਾ ਹੈ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਤੁਝ ਬਿਨ ਕੋਈ ਨਾ। ਤੇਰਾ ਹੀ ਖੇਲ ਚੱਲ ਰਿਹਾ ਹੈ, ਤੂੰ ਜਾਣੇ, ਤੇਰਾ ਕੰਮ ਜਾਣੇ। ਤੇ ਉਹ ਸ਼ਾਂਤ ਹੋ ਜਾਂਦਾ ਹੈ ਕਿ ਸਾਰਿਆਂ ਦੇ ਵਿੱਚ ਇੱਕੋ ਹੀ ਵਰਤ ਰਿਹਾ ਹੈ। ਤੇ ਅਗਰ ਕੋਈ ਬੁਰਾ ਸੋਚਦਾ ਵੀ ਹੈ ਨਾ, ਤੇ ਤਾਂ ਵੀ ਸ਼ਾਂਤ ਨਹੀਂ ਹੁੰਦਾ। ਤੇ ਬਾਹਰ ਜਿਹੜਾ ਮਨ ਜਾਂਦਾ ਹੈ, ਭਾਵੇਂ ਤੁਸੀਂ ਬੁਰਾ ਸੋਚੋ, ਚੰਗਾ ਸੋਚੋ, ਭਲਾ ਸੋਚੋ, ਅੱਛਾ ਸੋਚੋ, ਜਾਂ ਤੇ ਬਾਹਰ ਹੀ ਰਹੇ ਹੋ। ਸੋਚਣੋਂ ਹਟਣਾ ਹੈ। ਤੇ ਸੋਚਣੋਂ ਹਟਣ ਵਾਸਤੇ ਧਿਆਨ ਕਰਨਾ ਹੈ, ਸਿਮਰਨ ਕਰਨਾ ਹੈ, ਚਿੰਤਨ ਕਰਨਾ, ਸ਼ਬਦ ਦੇ ਵਿੱਚ ਸੁਰਤ ਜੋੜਨੀ ਹੈ। ਹੁਣ ਆਪਾਂ ਸ਼ਬਦ ਸੁਰਤ ਦੀ ਵਿਚਾਰ ਕਰਾਂਗੇ ਖੁੱਲ੍ਹ ਕੇ, ਆਪ ਜੀ ਨੂੰ ਸਮਝ ਵਿੱਚ ਵੀ ਆਵੇਗੀ ਵੀ ਸ਼ਬਦ ਦੇ ਵਿੱਚ ਸੁਰਤ ਇਸੇ ਕਰਕੇ ਹੀ ਜੋੜਨੀ ਹੈ ਵੀ ਬਾਹਰ ਜਿਹੜਾ ਹੈ ਮਨ ਭੱਜਾ ਫਿਰਦਾ ਚਾਰੋਂ ਦਿਸ਼ਾ ਦੇ ਵਿੱਚ, ਉਹ ਸ਼ਾਂਤ ਹੋਵੇ, ਆਪਣੇ ਘਰ ਆ ਜਾਈਏ ਆਪਾਂ। ਜਿਸ ਘਰ ਤੋਂ ਰਹਿਣਾ ਬਸਣਾ ਸੋ ਘਰ ਦਿਓ ਵਿਸਾਰ, ਉਸ ਘਰ ਆਣ ਕੇ ਆਪਾਂ ਫਿਰ ਵਿਸ਼ਰਾਮ ਕਰਾਂਗੇ ਸਦਾ ਵਾਸਤੇ।